ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। 17ਵੇਂ ਭਾਗ ਵਿੱਚ ਸੁਣੋ ਰੇਲ ਗੱਡੀ ਵਾਲੇ ਯੋਧੇ, ਬਿਦਰ ਵਾਲਾ ਨੌਜਵਾਨ ਅਤੇ ਬਹਿਕ ਵਾਲਾ ਨੌਜਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੇਲ ਗੱਡੀ ਵਾਲੇ ਯੋਧੇ। ਦਿੱਲੀ ਜੇਲ੍ਹ ਵਿੱਚ ਹਰਿਆਣੇ ਦੇ ਇੱਕ ਵੈਲੀ ਨੇ ਮੈਨੂੰ 1 ਨਵੰਬਰ 1984 ਦਾ ਅੱਖੀਂ ਵੇਖਿਆ ਹਾਲ ਸੁਣਾਇਆ। ਪਾਣੀਪਤ ਕੋਲ ਇੱਕ ਕਸਬੇ ਦੇ ਰੇਲਵੇ ਸਟੇਸ਼ਨ ਉੱਤੇ ਇੱਕ ਚੰਗਾ ਹਜੂਮ ਇਕੱਠਾ ਹੋਇਆ ਸੀ, ਜਿਹੜਾ ਬਹੁਤ ਗੁੱਸੇ ਵਿੱਚ ਸੀ। ਕਈਆਂ ਨੇ ਸ਼ਰਾਬ ਵੀ ਪੀ ਰੱਖੀ ਸੀ। ਉਹਨਾਂ ਕੋਲ ਹਰ ਤਰ੍ਹਾਂ ਦੇ ਹਥਿਆਰ ਸਨ। ਉਹ ਸਿੱਖਾਂ ਨੂੰ ਲੱਭ ਰਹੇ ਸਨ ਅਤੇ ਜਿਹੜਾ ਵੀ ਮਿਲਦਾ ਸੀ ਉਹਨੂੰ ਬੁਰੀ ਤਰ੍ਹਾਂ ਕੁੱਟ ਮਾਰ ਕੇ ਸਾੜ ਦਿੰਦੇ ਸੀ। ਜਿਹੜੀ ਵੀ ਗੱਡੀ ਉੱਥੇ ਰੁਕ ਰਹੀ ਸੀ ਉਸ ਵਿੱਚ ਸਿੱਖਾਂ ਦੇ ਪਰਿਵਾਰਾਂ ਨੂੰ ਬਾਹਰ ਕੱਢ ਕੇ ਕੁਝ ਮਿੰਟਾਂ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਸੀ। ਸਾਰੇ ਸਟੇਸ਼ਨ ਉੱਤੇ ਬੱਚੇ, ਬੀਬੀਆਂ ਅਤੇ ਬਜ਼ੁਰਗਾਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਸਨ। ਲੱਗਦਾ ਸੀ ਕਿ ਰੇਲਵੇ ਅਤੇ ਪੁਲਿਸ ਵਾਲੇ ਵੀ ਭੀੜ ਦੇ ਨਾਲ ਰਲੇ ਹੋਏ ਸਨ। ਫਿਰ ਦਿੱਲੀ ਵੱਲੋਂ ਆਉਂਦੀ ਇੱਕ ਗੱਡੀ ਰੁਕੀ ਤਾਂ ਉਸ ਨਾਲ ਵੀ ਉਹੀ ਕੁਝ ਹੋਇਆ। ਕੁਝ ਸਿੱਖ ਜੋ ਉਸ ਗੱਡੀ ਵਿੱਚ ਸਵਾਰ ਸਨ, ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਜਦੋਂ ਆਲੇ ਦੁਆਲੇ ਬੈਠੀਆਂ ਸਵਾਰੀਆਂ ਨੇ ਹੀ ਉਹਨਾਂ ਨੂੰ ਫੜ ਕੇ ਸਟੇਸ਼ਨ ਦੀ ਭੂਤਰੀ ਹੋਈ ਭੀੜ ਦੇ ਹਵਾਲੇ ਕਰ ਦਿੱਤਾ ਅਤੇ ਭੀੜ ਨੇ ਆਪਣਾ ਕੰਮ ਕਰ ਦਿੱਤਾ। ਇਸੇ ਗੱਡੀ ਦੇ ਇੱਕ ਪਿਛਲੇ ਡੱਬੇ ਵਿੱਚ 3 ਸਿੱਖ ਨੌਜਵਾਨ ਸਨ। ਉਹਨਾਂ ਨੂੰ ਗੱਲ ਦੀ ਸਮਝ ਆ ਗਈ ਕਿ ਅੱਗੇ ਕੀ ਹੋ ਰਿਹਾ ਹੈ ਅਤੇ ਹੁਣ ਕੀ ਹੋਣ ਵਾਲਾ ਹੈ। ਉਹਨਾਂ ਵਿੱਚੋਂ ਇੱਕ ਦੇ ਫੌਜੀ ਵਰਦੀ ਪਾਈ ਹੋਈ ਸੀ, ਸ਼ਾਇਦ ਦੂਜੇ ਵੀ ਫੌਜੀ ਹੀ ਹੋਣ। ਗੱਡੀ ਰੁਕਦਿਆਂ ਹੀ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਭੀੜ ਉੱਤੇ ਹਮਲਾ ਕਰਕੇ ਉਹਨਾਂ ਤੋਂ ਕਿਰਪਾਨਾਂ ਅਤੇ ਡਾਂਗਾਂ ਖੋਹ ਲਈਆਂ। ਉਹਨਾਂ ਨੇ ਖੂਬ ਲੜਾਈ ਕੀਤੀ। ਉਹ ਗੈਂਗਸਟਰ ਦੇ ਕਹਿਣ ਮੁਤਾਬਕ ਉਹਨਾਂ ਨੇ ਨਜ਼ਾਰਾ ਹੀ ਬੰਨ੍ਹ ਦਿੱਤਾ। ਉਹ ਕੋਈ 2 ਘੰਟੇ ਲੜਦੇ ਰਹੇ। ਬਾਅਦ ਵਿੱਚ ਇੱਕ ਕਮਰੇ ਦੀ ਓਟ ਲੈ ਕੇ ਉਹ ਆਪਣੀ ਰੱਖਿਆ ਕਰਦੇ। ਕੁਝ ਕੁ ਬੰਦਿਆਂ ਨੂੰ ਤਾਂ ਉਹਨਾਂ ਨੇ ਧੌਣ ਮਰੋੜ ਕੇ ਹੀ ਮਾਰ ਦਿੱਤਾ। ਆਖਰ ਵਿੱਚ ਪੁਲਿਸ ਵੀ ਭੀੜ ਨਾਲ ਹੋ ਗਈ। ਭੀੜ ਨੇ ਉਹ ਕਮਰੇ ਨੂੰ ਅੱਗ ਲਾ ਦਿੱਤੀ। ਉਹਨਾਂ ਲਈ ਸਾਹ ਲੈਣਾ ਔਖਾ ਹੋ ਗਿਆ ਅਤੇ ਉਹਨਾਂ ਨੂੰ ਬਾਹਰ ਨਿਕਲਣਾ ਪਿਆ, ਜਿੱਥੇ ਭੀੜ ਅਤੇ ਪੁਲਿਸ ਨੇ ਉਹਨਾਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ। ਉਹਨਾਂ ਦੀਆਂ ਲਾਸ਼ਾਂ ਉੱਤੇ ਹਰ ਤਰ੍ਹਾਂ ਦੇ ਹਥਿਆਰਾਂ ਦੇ ਫੱਟ ਸਨ। ਫਿਰ ਉਹਨਾਂ ਤਿੰਨਾਂ ਨੂੰ ਇਕੱਠਿਆਂ ਕਰਕੇ ਭੀੜ ਨੇ ਅੱਗ ਲਾ ਦਿੱਤੀ। ਉਹ ਗੈਂਗਸਟਰ ਦੇ ਕਹਿਣ ਮੁਤਾਬਕ ਸਭ ਤੋਂ ਕਮਾਲ ਦੀ ਗੱਲ ਉਦੋਂ ਹੋਈ ਜਦੋਂ ਉਹ ਤਿੰਨੇ ਜਣੇ ਅੱਗ ਲੱਗਣ ਮਗਰੋਂ ਕਮਰੇ ਵਿੱਚੋਂ ਬੋਲੇ ਸੋ ਨਿਹਾਲ ਕਰਕੇ ਬਾਹਰ ਨਿਕਲੇ ਅਤੇ ਭੀੜ ਉੱਤੇ ਟੁੱਟ ਪਏ। ਪਰ ਭੀੜ ਦੇ ਨਾਲ ਹੁਣ ਪੁਲਿਸ ਸੀ ਜਿਸ ਨੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਇਹ ਕਿੱਡੀ ਬਹਾਦਰੀ ਦੀ ਗਾਥਾ ਸੀ। ਉਹ ਗੈਂਗਸਟਰ ਇਹ ਗੱਲ ਸੁਣਾਉਂਦਾ ਰੋ ਪਿਆ, ਪਰ ਇੰਨੇ ਸਾਲ ਬਾਅਦ ਉਹਨਾਂ ਦੀ ਬਹਾਦਰੀ ਨੂੰ ਯਾਦ ਕਰਕੇ ਖੁਸ਼ ਵੀ ਹੋਇਆ। ਕੌਣ ਸਨ ਉਹ ਯੋਧੇ? ਇਹ ਕਿਹਦੇ ਪੁੱਤ ਭਰਾ ਸਨ? ਕਿਹੜਾ ਗ੍ਰਾਂ ਸੀ? ਉਹਨਾਂ ਦੇ ਵਾਰਸ ਕੌਣ ਹਨ? ਉਹਨਾਂ ਦੀ ਸੂਰਬੀਰਤਾ ਸਾਡੀ ਜੰਗ ਦੇ ਸੂਰਬੀਰਾਂ ਤੋਂ ਕਿਤੇ ਵੀ ਘੱਟ ਨਹੀਂ ਸੀ। ਉਹਨਾਂ ਗੁਮਨਾਮ ਸੂਰਬੀਰਾਂ ਅੱਗੇ ਸਦਾ ਹੀ ਸਿਰ ਝੁਕਾਉਣ ਨੂੰ ਦਿਲ ਕਰਦਾ ਹੈ, ਜਿਵੇਂ ਉਹ ਗੱਲ ਸੁਣਾਉਣ ਵਾਲੇ ਅੰਦਰੋਂ ਉਹਨਾਂ ਲਈ ਸਤਿਕਾਰ ਨਿਕਲਦਾ ਸੀ। ਬਿਦਰ ਵਾਲਾ ਨੌਜਵਾਨ। ਇਹ ਸੰਨ 1999 ਦੀ ਗੱਲ ਹੈ। ਜਲੰਧਰ ਵਿੱਚ ਸਾਡੀ ਇੱਕ ਠਾਹਰ ਸੀ। ਠਾਹਰ ਵਾਲਿਆਂ ਦੇ ਨੇੜੇ ਹੀ ਕਿਸੇ ਘਰ ਵਿੱਚ ਬਿਦਰ ਤੋਂ ਨੌਜਵਾਨ ਮੁੰਡੇ ਦੀ ਲਾਸ਼ ਆਈ ਸੀ। ਸਾਰਾ ਹੀ ਪਰਿਵਾਰ ਬਹੁਤ ਗਮਗੀਨ ਸੀ। ਇਹ ਨੌਜਵਾਨ ਬਿਦਰ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਦਾ ਸੀ। ਉੱਥੇ ਇੱਕ ਭੀੜ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਇਹ ਨੌਜਵਾਨ ਬਾਜ਼ਾਰ ਵਿੱਚ ਇਕੱਲਾ ਘਿਰ ਗਿਆ। ਕੋਲ ਕੋਈ ਹਥਿਆਰ ਨਹੀਂ ਸੀ। ਲਿਆਉਣ ਵਾਲਿਆਂ ਨੇ ਦੱਸਿਆ ਕਿ ਉਹ ਹਮਲਾ ਕਰਨ ਵਾਲਿਆਂ ਹਜੂਮ ਨਾਲ ਖੂਬ ਲੜਿਆ ਅਤੇ ਆਖਰ ਤੱਕ ਲੜਦਾ ਰਿਹਾ। ਉਸ ਦਾ ਸਾਰਾ ਸਰੀਰ ਸੱਟਾਂ ਅਤੇ ਜ਼ਖਮਾਂ ਨਾਲ ਤੋੜਿਆ ਪਿਆ ਸੀ। ਇਹ ਸਾਰੀਆਂ ਮੌਤਾਂ ਸੰਘਰਸ਼ ਦਾ ਹੀ ਹਿੱਸਾ ਸਨ। ਇਹੋ ਜਿਹੇ ਨੌਜਵਾਨਾਂ ਨੇ ਵੀ ਆਪਣਾ ਬਣਦਾ ਹਿੱਸਾ ਪਾਇਆ। ਬਹਿਕ ਵਾਲਾ ਨੌਜਵਾਨ। ਜਿੱਥੇ ਵੀ ਕਿਤੇ ਪੁਲਿਸ ਦਾ ਖਾੜਕੂਆਂ ਨਾਲ ਮੁਕਾਬਲਾ ਹੋਇਆ ਜਾਂ ਖਾੜਕੂਆਂ ਨੇ ਘਾਤ ਲਾ ਕੇ ਜਾਂ ਬੰਬ ਲਾ ਕੇ ਪੁਲਿਸ ਜਾਂ ਫੌਜੀ ਦਸਤਿਆਂ ਨੂੰ ਭਾਰੀ ਗਿਣਤੀ ਵਿੱਚ ਮਾਰਿਆ, ਉੱਥੇ ਪੁਲਿਸ ਦੇ ਸੰਭਲਣ ਅਤੇ ਸਥਿਤੀ ਸੰਭਾਲਣ ਤੋਂ ਬਾਅਦ ਪਹਿਲੀ ਜਵਾਬੀ ਕਾਰਵਾਈ ਇਹੋ ਹੀ ਹੁੰਦੀ ਹੈ ਕਿ ਉਹ ਘਰ ਜਿੱਥੇ ਮੁਕਾਬਲਾ ਹੋਇਆ ਸੀ ਜਾਂ ਉਹ ਪਿੰਡ ਦੇ ਕੁਝ ਬੰਦਿਆਂ ਨੂੰ ਚੁੱਕ ਕੇ ਮੁਕਾਬਲਾ ਬਣਾ ਦੇਵੋ। ਜਦੋਂ ਵੀ ਪੁਲਿਸ ਦਾ ਕੋਈ ਵੱਡਾ ਅਹੁਦੇਦਾਰ ਮਾਰਿਆ ਜਾਂਦਾ ਹੈ ਜਾਂ ਹੋਰ ਜ਼ਿਆਦਾ ਨੁਕਸਾਨ ਹੁੰਦਾ ਹੈ, ਉਹ ਰਾਤ ਉਸ ਇਲਾਕੇ ਵਿੱਚ ਫੜੇ ਹੋਏ ਸਿੰਘਾਂ ਲਈ ਬਹੁਤ ਭਾਰੀ ਹੁੰਦੀ ਹੈ, ਕਿਉਂਕਿ ਪੁਲਿਸ ਵਾਲੇ ਅਕਸਰ
ਆਪਣੇ ਨੁਕਸਾਨ ਦੇ ਬਦਲੇ ਵਜੋਂ ਇਹਨਾਂ ਫੜੇ ਹੋਏ ਬੰਦਿਆਂ ਵਿੱਚੋਂ ਕੋਈ ਦਾ ਮੁਕਾਬਲਾ ਬਣਾ ਦਿੰਦੇ ਹਨ। ਅਜਿਹੀ ਹੀ ਇੱਕ ਗੱਲ ਮੈਨੂੰ ਰਛਪਾਲ ਸਿੰਘ ਸੰਧਣਾ ਮੁਖੀ BTF ਨੇ ਸੁਣਾਈ ਸੀ। ਜਦੋਂ ਇੱਕ ਰਾਤ ਮੈਂ ਉਹਨਾਂ ਕੋਲ ਲੁਧਿਆਣੇ ਰਿਹਾ, ਰਹਿਰਾਸ ਸਾਹਿਬ ਦੇ ਪਾਠ ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਸੰਘਰਸ਼ ਅਤੇ ਸ਼ਹਾਦਤਾਂ ਬਾਰੇ ਗੱਲਬਾਤ ਹੋ ਰਹੀ ਸੀ, ਤਾਂ ਉਹਨੇ ਕਿਹਾ ਕਿ ਕਈ ਲੋਕਾਂ ਦਾ ਸੰਘਰਸ਼ ਵਿੱਚ ਸਿੱਧਾ ਸੰਬੰਧ ਨਹੀਂ ਹੁੰਦਾ ਅਤੇ ਉਹ ਅਚਾਨਕ ਹੀ ਸਾਡੇ ਕਾਰਨ ਮੌਤ ਦੇ ਮੂੰਹ ਵਿੱਚ ਆ ਜਾਂਦੇ ਹਨ। ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦਾ ਹੁੰਦਾ ਕਿ ਉਹ ਕਿਹੜੀ ਹਾਲਤ ਵਿੱਚ ਫਸ ਗਏ ਹਨ। ਕੁਝ ਸਮਝਣ ਤੋਂ ਪਹਿਲਾਂ ਹੀ ਉਹ ਮੌਤ ਦੇ ਵੱਸ ਹੋ ਜਾਂਦੇ ਹਨ। ਅਨੇਕਾਂ ਹੀ ਅਜਿਹੀਆਂ ਮਿਸਾਲਾਂ ਹਨ ਜਿੱਥੇ ਬੰਦੇ ਆਪਣੇ ਨਿੱਤ ਦਿਹਾੜੀ ਦੇ ਕੰਮਾਂ ਵਿੱਚ ਰੁੱਝੇ ਹੁੰਦੇ ਹਨ ਅਤੇ ਉਹਨਾਂ ਨੂੰ ਇੱਕਦਮ ਮੌਤ ਘੇਰ ਕੇ ਆਪਣੇ ਨਾਲ ਲੈ ਜਾਂਦੀ ਹੈ। ਰਛਪਾਲ ਸਿੰਘ ਨੇ ਦੱਸਿਆ ਕਿ ਇਹ ਝਬਾਲ ਇਲਾਕੇ ਦੀ ਗੱਲ ਹੈ। ਉਹ ਅਤੇ ਇੱਕ ਹੋਰ ਸਿੰਘ ਮੋਟਰਸਾਈਕਲ 'ਤੇ ਜਾ ਰਹੇ ਸਨ। ਰਛਪਾਲ ਸਿੰਘ ਨੇ ਦ੍ਰਿਸ਼ ਬੰਨ੍ਹਿਆ। ਸ਼ਾਮ ਦਾ ਵੇਲਾ ਸੀ। ਮੋਟਰਸਾਈਕਲ ਵਿੱਚ ਕੋਈ ਨੁਕਸ ਪੈ ਗਿਆ ਅਤੇ ਇਹ ਦੇਖਦਿਆਂ ਕਿ ਹੁਣ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾਣਾ, ਨੇੜੇ ਹੀ ਕਿਤੇ ਰੁਕ ਜਾਂਦੇ ਹਾਂ। ਇਹ ਸੋਚ ਕੇ ਪਿੰਡਾਂ ਵਾਲੀ ਕੱਚੀ ਸੜਕ 'ਤੇ ਮੋਟਰਸਾਈਕਲ ਰੇੜੀ ਜਾਂਦੇ ਸੀ ਤਾਂ ਨੇੜੇ ਹੀ ਇੱਕ ਬੈਗ ਤੋਂ 18-19 ਸਾਲ ਦਾ ਨੌਜਵਾਨ ਨਿਕਲਿਆ। ਉਸ ਦੇ ਮੋਢੇ 'ਤੇ ਕਹੀ ਸੀ ਅਤੇ ਉਹ ਸਾਡੇ ਵੱਲ ਨੂੰ ਆ ਗਿਆ। ਉਹਨੇ ਦੇਖਿਆ ਕਿ ਸਾਡਾ ਮੋਟਰਸਾਈਕਲ ਖਰਾਬ ਹੈ ਅਤੇ ਦੱਸਿਆ ਕਿ ਤੁਸੀਂ ਇਸ ਪਾਸੇ ਤੁਰੇ ਆਉਂਦੇ ਹੋ। ਇਸ ਪਾਸੇ ਕਿਲੋਮੀਟਰ ਅੱਗੇ ਇਸ ਵੇਲੇ CRPF ਦਾ ਨਾਕਾ ਹੁੰਦਾ ਹੈ। ਉਹਨੇ ਸ਼ਾਇਦ ਸਾਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਅਸੀਂ ਖਾੜਕੂ ਸਿੰਘ ਹਾਂ। ਉੱਪਰੋਂ ਹਨੇਰਾ ਪੈਣ ਵਾਲਾ ਸੀ ਅਤੇ ਅਸੀਂ ਵੀ ਸੋਚਿਆ ਕਿ ਇਸ ਦੀ ਗੱਲ ਵਿੱਚ ਵਜ਼ਨ ਹੈ। ਉਹ ਨੌਜਵਾਨ ਨੇ ਇਹ ਗੱਲ ਤੋਰਦਿਆਂ ਕਿਹਾ, ਤੁਸੀਂ ਸਿੰਘ ਲੱਗਦੇ ਹੋ, ਤੁਸੀਂ ਪ੍ਰਸ਼ਾਦਾ ਛਕ ਸਕਦੇ ਹੋ ਅਤੇ ਰਹਿਣਾ ਚਾਹੋ ਤਾਂ ਰਾਤ ਇੱਥੇ ਰਹਿ ਵੀ ਸਕਦੇ ਹੋ। ਉਹ ਬੜੀਆਂ ਸਿੱਧੀਆਂ ਅਤੇ ਸਾਫ਼ ਗੱਲਾਂ ਕਰ ਰਿਹਾ ਸੀ। ਸਾਨੂੰ ਉਹ ਆਪਣੇ ਵਿੱਚੋਂ ਹੀ ਲੱਗਿਆ ਅਤੇ ਅਸੀਂ ਉਸ ਦੇ ਨਾਲ ਉਹਦੀ ਬੈਕ ਨੂੰ ਚਲੇ ਗਏ। ਉਹ ਛੋਟੀ ਜਿਹੀ ਬੈਕ ਸੀ, 2 ਕਮਰੇ ਅਤੇ ਰਸੋਈ, ਛੋਟਾ ਜਿਹਾ ਬਾਗਲਾ, ਇੱਕ ਪਸ਼ੂਆਂ ਦੀ ਛੰਨ ਅਤੇ ਇੱਕ ਤੂੜੀ ਵਾਲਾ ਕਮਰਾ। ਰਛਪਾਲ ਸਿੰਘ ਨੇ ਦੱਸਿਆ, ਅਸੀਂ ਜਾ ਕੇ ਮੰਜੇ ਉੱਤੇ ਬੈਠ ਗਏ। ਉਸ ਨੌਜਵਾਨ ਦਾ ਪਿਓ ਜੋ 50 ਕੁ ਸਾਲਾਂ ਦਾ ਸੀ, ਉਹ ਆ ਕੇ ਸਾਨੂੰ ਮਿਲਿਆ। ਉਸ ਦਾ ਦਾਦਾ ਵੀ ਸਾਡੇ ਕੋਲ ਆ ਕੇ ਬੈਠ ਗਿਆ। ਇਹ ਸਿਆਲ ਦੀ ਸ਼ੁਰੂਆਤ ਸੀ। ਉਹਨਾਂ ਨੇ ਸਾਨੂੰ ਪ੍ਰਸ਼ਾਦਾ ਛਕਾਇਆ ਅਤੇ ਇੱਕ ਕਮਰੇ ਵਿੱਚ ਪਾ ਦਿੱਤਾ। ਸਾਡੀ ਉਹਨਾਂ ਨੇ ਪ੍ਰਾਹੁਣਿਆਂ ਵਾਂਗ ਸੇਵਾ ਕੀਤੀ, ਪਰ ਉਹ ਡਰੇ ਹੋਏ ਵੀ ਸਨ। ਇਹ ਪਰਿਵਾਰ ਸਿੱਖਾਂ ਦੇ ਉਸ ਹਿੱਸੇ ਵਿੱਚੋਂ ਸੀ ਜਿਹੜਾ ਸਾਡੇ ਪ੍ਰਤੀ ਹਮਦਰਦੀ ਰੱਖਦਾ ਸੀ, ਸਾਡਾ ਭਲਾ ਚਾਹੁੰਦਾ ਸੀ ਅਤੇ ਸਾਡੇ ਲਈ ਦੁਆ ਵੀ ਕਰਦਾ ਸੀ, ਪਰ ਆਪ ਕਿਸੇ ਸੰਘਰਸ਼ ਦੇ ਨੇੜੇ ਨਹੀਂ ਸੀ ਆਉਣਾ ਚਾਹੁੰਦਾ। ਜਿੱਥੇ ਤੱਕ ਇਹਨਾਂ ਦਾ ਵੱਸ ਚੱਲੇ, ਇਹ ਸਾਡੇ ਤੋਂ ਇੱਕ ਵਿੱਥ ਹੀ ਰੱਖਦੇ ਸਨ, ਪਰ ਉਹ ਨੌਜਵਾਨ ਸਾਨੂੰ ਖਿੱਚ ਲਿਆਇਆ। ਉਹਨੇ ਅੱਗੇ ਗੱਲ ਤੋਰੀ। ਅਸੀਂ ਆਰਾਮ ਨਾਲ ਰਾਤ ਉੱਥੇ ਕੱਟੀ। ਦਿਨ ਚੜ੍ਹਿਆ ਤਾਂ ਨਿਤਨੇਮ ਤੋਂ ਬਾਅਦ ਅਸੀਂ 9 ਵਜੇ ਪ੍ਰਸ਼ਾਦਾ ਛਕਿਆ ਅਤੇ ਜਾਣ ਲਈ ਤਿਆਰੀ ਕਰਨ ਲੱਗੇ। ਉਸ ਨੌਜਵਾਨ ਨੇ ਆਪ ਹੀ ਕਾਰੀਗਰੀ ਕਰਕੇ ਸਾਡਾ ਮੋਟਰਸਾਈਕਲ ਵੀ ਠੀਕ ਕਰ ਲਿਆ। ਉਹ ਰਾਤ ਨੂੰ ਵੀ ਅਤੇ ਦਿਨੇ ਵੀ ਕਈ ਵਾਰ ਸਾਡੇ ਕੋਲ ਆ ਕੇ ਬੈਠਾ, ਕਦੇ ਸਾਡੇ ਵੱਲ ਵੇਖਦਾ, ਕਦੇ ਹਥਿਆਰਾਂ ਵੱਲ ਵੇਖਦਾ, ਪਰ ਉਹ ਬੋਲਿਆ ਕੁਝ ਨਹੀਂ। ਜਦੋਂ ਹੀ ਉਹ ਸਾਡੇ ਕੋਲ ਆਉਂਦਾ ਤਾਂ ਉਸ ਦੀ ਦਾਦੀ ਜਾਂ ਮਾਂ ਉਸ ਨੂੰ ਝੱਟ ਹੀ ਹਾਕ ਮਾਰ ਲੈਂਦੀਆਂ। ਸਾਨੂੰ ਤਿਆਰੀ ਕਰਦਿਆਂ ਵੇਖ ਕੇ ਪਰਿਵਾਰ ਦੇ ਸਾਹ ਵਿੱਚ ਸਾਹ ਆ ਗਿਆ। ਉਦੋਂ ਹੀ ਖੇਤਾਂ ਵਿੱਚੋਂ ਉਹਨਾਂ ਦਾ ਸੀਰੀ ਜੋ 30 ਕੁ ਸਾਲ ਦਾ ਸੀ, ਉਹ ਘਬਰਾਇਆ ਹੋਇਆ ਅੰਦਰ ਆਇਆ ਅਤੇ ਕਿਹਾ ਕਿ ਪੁਲਿਸ ਅਤੇ CRPF ਨੇ ਪਿੰਡ ਨੂੰ ਘੇਰਾ ਪਾ ਲਿਆ ਹੈ ਅਤੇ ਬੈਕਾਂ ਦੀ ਵੀ ਤਲਾਸ਼ੀ ਹੋ ਰਹੀ ਹੈ। ਇੱਕ CRPF ਵਾਲਿਆਂ ਦਾ ਟੈਂਪੂ ਆਪਣੇ ਵੱਲ ਨੂੰ ਆ ਰਿਹਾ ਹੈ। ਅਸੀਂ ਦੇਖਿਆ, ਉਸ ਦੀ ਗੱਲ ਬਿਲਕੁਲ ਠੀਕ ਸੀ। ਇੱਕ ਬਖਤਰਬੰਦ ਗੱਡੀ ਇਸ ਬੈਕ ਵੱਲ ਆ ਰਹੀ ਸੀ। ਹੋਰ ਵੀ ਦੂਰ ਬੈਕਾਂ ਉੱਤੇ ਪੁਲਿਸ ਦੀ ਸਰਗਰਮੀ ਸੀ। ਇੱਕਦਮ ਬੜੀ ਔਖੀ ਹਾਲਤ ਬਣ ਗਈ ਸੀ ਅਤੇ ਸਾਨੂੰ ਅੰਦਰ ਹੀ ਕਿਤੇ ਲੁਕਣਾ ਪੈਣਾ ਸੀ। ਉੱਪਰੋਂ ਪਰਿਵਾਰ ਵੀ ਬਹੁਤ ਡਰਿਆ ਹੋਇਆ ਸੀ। ਅਸੀਂ ਕਾਹਲੀ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਆਪ ਨੂੰ ਸੰਭਾਲੋ। ਡੰਗਰਾਂ ਵਾਲੇ ਕਮਰੇ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਸੀ। ਅਸੀਂ ਉਹਦੇ ਦਰਵਾਜ਼ੇ ਪਿੱਛੇ ਹਥਿਆਰ ਸੰਭਾਲ ਕੇ ਬੈਠ ਗਏ। ਸਾਡੇ ਤੋਂ ਇੰਨੀ ਛੇਤੀ ਹੋਰ ਕੁਝ ਨਹੀਂ ਸੀ ਹੋ ਸਕਦਾ। ਅਸੀਂ ਸੋਚਿਆ ਸੀ ਕਿ ਆਮ ਤਲਾਸ਼ੀ ਹੈ, ਸ਼ਾਇਦ ਉਹ ਬੰਦਿਆਂ ਵਾਲੇ ਪਾਸੇ ਦੇਖ ਕੇ ਪਰਖ ਕੇ ਮੁੜ ਜਾਣਗੇ। ਅਸੀਂ ਕੁਝ ਚਿਰ ਉਸ ਭੀੜੇ ਜਿਹੇ ਥਾਂ ਵਿੱਚ ਬਿਨਾਂ ਹਿੱਲੇ ਤਿਆਰ ਹਾਲਤ ਵਿੱਚ ਬੈਠੇ ਰਹੇ, ਪਰ ਪਲ ਪਲ ਭਾਰੀ ਬੀਤ ਰਿਹਾ ਸੀ। CRPF ਵਾਲੇ ਜੋ ਹਿੰਦੀ ਬੋਲ ਰਹੇ ਸੀ, ਉਹਨਾਂ ਨੇ ਕਮਰਿਆਂ ਦੀ ਤਲਾਸ਼ੀ ਲਈ। ਗੱਡੀ ਦੇ ਦੁਬਾਰਾ ਚਾਲੂ ਹੋਣ ਦੀ ਆਵਾਜ਼ ਆਈ ਤਾਂ ਇੱਕਦਮ ਤਣਾਅ ਘਟਣ ਦਾ ਅਹਿਸਾਸ ਹੋਇਆ। ਅਸੀਂ ਸੋਚਿਆ ਕਿ ਉਹ ਤਲਾਸ਼ੀ ਕਰਕੇ ਵਾਪਸ ਜਾ ਰਹੇ ਹਨ।
ਉਹ 8 ਕੁ ਬੰਦਿਆਂ ਦੀ ਪਾਰਟੀ ਸੀ। ਗੱਡੀ ਵਿੱਚ ਬੈਠਦਿਆਂ ਉਹਨਾਂ ਵਿੱਚੋਂ 2 ਜਣੇ ਵਾਪਸ ਆ ਕੇ ਡੰਗਰਾਂ ਵਾਲੇ ਪਾਸੇ ਆ ਵੜੇ। ਆ ਕੇ ਆਸੇ-ਪਾਸੇ ਨਜ਼ਰ ਮਾਰਨ ਲੱਗੇ। ਅਸੀਂ ਸਾਹ ਸੂਤ ਕੇ ਬੈਠੇ ਰਹੇ। ਫਿਰ ਕਦਮਾਂ ਦੀ ਆਵਾਜ਼ ਬਿਲਕੁਲ ਸਾਡੇ ਸਾਹਮਣੇ ਆ ਗਈ। ਇੱਕ ਜਣਾ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਵੜਿਆ। ਉਹ ਸਾਨੂੰ ਦੇਖ ਕੇ ਕੁਝ ਬੋਲਦਾ ਜਾਂ ਕਰਦਾ। ਉਸ ਤੋਂ ਪਹਿਲਾਂ ਹੀ ਮੇਰੇ ਨਾਲ ਵਾਲੇ ਨੇ ਉਹਨੂੰ ਥਾਂ ਢੇਰ ਕਰ ਦਿੱਤਾ। ਉਸ ਦੇ ਸਾਥੀ ਦੇ ਵੀ ਗੋਲੀਆਂ ਮਾਰੀਆਂ। ਫਿਰ ਅਸੀਂ ਬਹੁਤ ਤੇਜ਼ੀ ਨਾਲ ਬਾਹਰ ਆਏ। ਇਸ ਤੋਂ ਪਹਿਲਾਂ ਕਿ ਉਹ ਸੰਭਲਦੇ, ਅਸੀਂ ਉਹਨਾਂ ਦੇ ਬਾਕੀ ਸਾਥੀਆਂ ਉੱਤੇ ਵੀ ਬੁਛਾੜ ਸ਼ੁਰੂ ਕਰ ਦਿੱਤੀ। ਇਹ ਸਾਰਾ ਕੁਝ ਇੰਨਾ ਇੱਕਦਮ ਹੋਇਆ ਕਿ CRPF ਵਾਲੇ ਭੁਚਲਾ ਗਏ ਅਤੇ ਲੰਮੇ ਪੈ ਗਏ। ਅਸੀਂ ਮੋਟਰਸਾਈਕਲ ਚੁੱਕਿਆ ਤੇ ਉੱਥੋਂ ਨਿਕਲ ਗਏ। ਮੇਰੇ ਨਾਲ ਵਾਲੇ ਸਿੰਘ ਨੂੰ ਉਸ ਇਲਾਕੇ ਦੇ ਸਾਰੇ ਰਾਹਾਂ ਤੇ ਗੁਪਤ ਰਾਹਾਂ ਦਾ ਪਤਾ ਸੀ, ਜਿੱਥੇ ਸਿਰਫ ਮੋਟਰਸਾਈਕਲ ਹੀ ਜਾ ਸਕਦਾ ਸੀ। ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਸਾਡੇ ਪਿੱਛੇ CRPF ਅਤੇ ਪੁਲਿਸ ਵਾਲਿਆਂ ਨੇ ਵਾਹਵਾ ਗੋਲੀਬਾਰੀ ਕੀਤੀ, ਪਰ ਉਹ ਬਹੁਤ ਦੂਰ ਸਨ। ਉਹਨਾਂ ਨੇ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ। ਅਸੀਂ ਘੇਰੇ ਤੋਂ ਬਾਹਰ ਸੀ ਤੇ 5 ਕੁ ਮਿੰਟ ਵਿੱਚ ਹੀ ਉੱਥੋਂ ਨਿਕਲ ਕੇ ਸੁਰੱਖਿਅਤ ਇਲਾਕੇ ਵਿੱਚ ਆ ਗਏ। ਉੱਥੋਂ ਜਾਣ ਤੋਂ ਬਾਅਦ ਸਾਨੂੰ ਇਹੋ ਫਿਕਰ ਸੀ ਕਿ ਉਹ ਬਹਿਕ ਵਾਲੇ ਪਰਿਵਾਰ, ਜਿਸ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਸੀ, ਉਹਨਾਂ ਉੱਤੇ ਕੀ ਬੀਤੀ ਹੋਵੇਗੀ, ਕਿਉਂਕਿ ਪੁਲਿਸ ਨੇ ਤਾਂ ਇਹੀ ਮੰਨਣਾ ਸੀ ਕਿ ਇਹ ਸਾਡੀ ਪੱਕੀ ਠਾਰ ਹੈ। ਅਗਲੇ ਦਿਨ ਅਸੀਂ ਸਵੇਰ ਦੀਆਂ ਅਖਬਾਰਾਂ ਮੰਗਵਾਈਆਂ ਤਾਂ ਅਜੀਤ ਅਤੇ ਜਗਬਾਣੀ ਵਿੱਚ ਪ੍ਰਮੁੱਖ ਖਬਰ ਸੀ ਕਿ ਝਬਾਲ ਨੇੜੇ ਪਿੰਡਾਂ ਦੀ ਤਲਾਸ਼ੀ ਸਮੇਂ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿੱਚ ਮੁਕਾਬਲਾ ਹੋਇਆ। ਮੁਕਾਬਲੇ 'ਚ 2 ਖਾੜਕੂ ਮਾਰੇ ਗਏ। ਉਹਨਾਂ ਕੋਲੋਂ 2 ਅਸਾਲਟਾਂ ਬਰਾਮਦ ਹੋਈਆਂ। ਇੱਕ ਖਾੜਕੂ ਜੋ ਜ਼ਖਮੀ ਸੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮੁਕਾਬਲੇ ਵਿੱਚ CRPF ਦੇ 2 ਜਵਾਨ ਸ਼ਹੀਦ ਹੋ ਗਏ ਅਤੇ 3 ਹੋਰ ਜ਼ਖਮੀ ਹੋ ਗਏ। ਸਾਡਾ ਫਿਕਰ ਹੋਰ ਵੱਧ ਗਿਆ ਕਿ ਇਹ 2 ਮਾਰੇ ਕੌਣ ਹੋ ਸਕਦੇ ਹਨ। ਅਸੀਂ ਕਿਸੇ ਜਾਣ ਪਹਿਚਾਣ ਵਾਲੇ ਨੂੰ ਉਸ ਪਿੰਡ ਭੇਜਿਆ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਸਾਰੇ ਪਰਿਵਾਰ ਨੂੰ ਫੜ ਲਿਆ ਤੇ ਫਿਰ ਬਾਅਦ ਵਿੱਚ ਇਲਾਕੇ ਨੂੰ ਘੇਰ ਕੇ ਬਹੁਤ ਗੋਲੀਬਾਰੀ ਕੀਤੀ। ਉਸ ਬਹਿਕ ਨੂੰ ਉਜਾੜ ਦਿੱਤਾ। ਉਸ ਨੌਜਵਾਨ ਤੇ ਉਹਨਾਂ ਦੇ ਸੀਰੀ ਨੂੰ ਗੋਲੀ ਮਾਰ ਕੇ ਇਹ ਦਿਖਾ ਦਿੱਤਾ ਕਿ ਇਹ ਖਾੜਕੂਆਂ ਦੇ ਸਾਥੀ ਸਨ ਜੋ ਮੁਕਾਬਲੇ ਵਿੱਚ ਮਾਰੇ ਗਏ। ਰਿਸ਼ਪਾਲ ਸਿੰਘ ਨੇ ਗੱਲ ਮੁਕਾਉਂਦਿਆਂ ਕਿਹਾ, ਇਹ ਕੁਦਰਤ ਦਾ ਕਿਹੋ ਜਿਹਾ ਗੇੜ ਹੈ ਕਿ ਸਾਡਾ ਉੱਥੇ ਮੋਟਰਸਾਈਕਲ ਖਰਾਬ ਹੋਣਾ, ਉਸ ਨੌਜਵਾਨ ਦਾ ਜਿਸ ਦਾ ਅਸੀਂ ਨਾਮ ਹੀ ਨਹੀਂ ਜਾਣਦੇ, ਸਾਨੂੰ ਘਰ ਲੈ ਕੇ ਜਾਣਾ, ਉਸ ਦਾ ਵਾਰ-ਵਾਰ ਸਾਡੇ ਕੋਲ ਬੈਠਣਾ, ਉਸ ਦੇ ਘਰ ਵਾਲਿਆਂ ਦਾ ਵਾਰ-ਵਾਰ ਉਸ ਨੂੰ ਬੁਲਾਉਣਾ, ਉਸ ਮੁੰਡੇ ਵੱਲੋਂ ਆਪੇ ਹੀ ਸਾਡਾ ਮੋਟਰਸਾਈਕਲ ਠੀਕ ਕਰ ਦੇਣਾ, ਜਾਣ ਲੱਗਿਆਂ ਘੇਰਾ ਪੈ ਜਾਣਾ। ਕੀ ਇਹ ਸਭ ਇਤਫਾਕ ਹੈ? ਮੈਂ ਰਿਸ਼ਪਾਲ ਸਿੰਘ ਨੂੰ ਕਿਹਾ ਕਿ ਜਿੰਨਾ ਮੇਰਾ ਰੂਹ ਪੋਸ਼ ਜ਼ਿੰਦਗੀ ਦਾ ਤਜਰਬਾ ਹੈ, ਉਸ ਹਿਸਾਬ ਨਾਲ ਇਹ ਇਤਫਾਕ ਨਹੀਂ, ਇਹ ਗੱਲ ਬੜੀ ਹੋਰ ਤਰ੍ਹਾਂ ਦੀ ਲੱਗਦੀ ਹੈ। ਉਹਨਾਂ ਦੀ ਮੌਤ ਦਾ ਤੁਸੀਂ ਕਾਰਨ ਨਹੀਂ ਹੋ ਸਕਦੇ। ਹਾਂ, ਇਹ ਜ਼ਰੂਰ ਹੈ ਕਿ ਤੁਸੀਂ ਉਹਨਾਂ ਦੀ ਮੌਤ ਦਾ ਸਬੱਬ ਬਣ ਗਏ, ਪਰ ਉਹਨਾਂ ਨੇ ਇਸ ਤਰ੍ਹਾਂ ਹੀ ਜਾਣਾ ਸੀ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 17ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।